चंड का करत करावत। ਇਹ ਆਪ ਦੇ ਸਤਸੰਗ ਜੀ ਨਾਲ ਧਰਮੀ ਸੂਰਮਿਆਂ ਤੋਂ ਚੰਡੀ ਦਾ ਪਾਠ ਕਰਾਉਂਦਾ ਸੀ। ਆਪ ਵੀ ਚੰਡੀ ਦੀ ਵਾਰ ਪੜ੍ਹਦਾ ਸੀ। ਚੌਂਦਸ ਬ੍ਰਹਮ ਕਵਚ ਕੋ ਗਾਵਤ। ਚਾਰ ਸਵੇਰੇ ਸਤਸੰਗ ਜੀ ਬ੍ਰਹਮ ਕਵਚ ਹੁੰਦੇ ਆ ਮੰਤਰ। ਕਵਚ ਨਾ ਸੰਜੋਦ ਹੈ। ਸੰਜੋਦ ਸਰੀਰ ਤੇ ਕਿਉਂ ਪਹਿਨਦੀ ਹੈ ਕਿ ਬੈਰੀ ਦਾ ਸ਼ਾਸਤਰ ਸਾਡੇ ਕਿਸੇ ਅੰਗ ਨੂੰ ਕੱਟੇ ਨਾ। ਜਿਵੇਂ ਅੱਜ ਕੱਲ੍ਹ ਆਹ ਜਾਗਟਾਂ ਜੀਆਂ ਬਣ ਗਈਆਂ। ਕਵੀ ਵੀ ਕਹਿੰਦੇ ਐ ਅਖੇ ਕਹਿੰਦੀ ਸੀ ਅਖੇ ਫਲਾਣਾ ਅਖੇ ਇੰਦਰਾ ਨੂੰ ਕਹਿੰਦੇ ਸੀ ਤੂੰ ਪਾ ਲਾ ਪਾ ਲਾ, ਉਹ ਪਾਇਆ ਨਹੀਂ, ਉਸਨੇ ਤਾਂ ਮਰ ਗਈ। ਇਹੋ ਜਿਹੀਆਂ ਕਵਿਤਾ ਸੁਣਾਉਂਦੇ। ਸੋ ਖਾਲਸਾ ਜੀ ਉਹ ਸੰਜੋਆਂ ਪੁਰਾਣੀਆਂ ਅੱਜ ਕੱਲ੍ਹ ਹੋ ਗਈਆਂ। ਲੋਹੇ ਦੀਆਂ ਸੰਜੋਆਂ, ਪਟੇਲਾਂ ਵੀ ਕਹਿੰਦੇ ਉਹਨਾਂ ਨੂੰ, ਸੰਜੋਆਂ ਵੀ ਕਹਿੰਦੇ ਹਨ। ਪੱਤੀਆਂ ਵਾਲੀਆਂ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਤੇ ਸੰਗਲੀਦਾਰ ਵੀ ਹੁੰਦੀਆਂ। ਸੋ ਇਹ ਸਤਸੰਗ ਜੀ ਇਹ ਤਾਂ ਹੈ ਨਾ ਸੰਜੋਆਂ ਪ੍ਰਤੱਖ। ਇੱਕ ਮੰਤਰ ਕਵਚ ਵੀ ਸਤਸੰਗ ਜੀ ਪੜ੍ਹੀਦਾ ਹੈ। ਸ੍ਰੀ ਸਾਹਿਬ ਜਿਸ ਵੇਲੇ ਸਤਸੰਗ ਹੱਥ ਸੂਰਮਾ ਫੜਦਾ ਹੈ 32 ਨਾਮਕ ਸਤਸੰਗ ਜੀ ਬ੍ਰਹਮ ਕਵਚ ਜਿਹੜਾ ਉਹ ਉਚਾਰ ਕੇ ਸ੍ਰੀ ਸਾਹਿਬ ਬ੍ਰਹਮਾ ਨੇ ਵਿਸ਼ਨੂੰ ਦੇ ਹੱਥ ਵਿੱਚ ਦਿੱਤੀ ਸੀ ਮੁਰਦੈਂਤ ਨੂੰ ਮਾਰਨ ਵਾਸਤੇ। ਆਪਾਂ ਉਪਾਸ਼ਕ ਹਾਂ ਗੁਰੂ ਨਾਨਕ ਦੇਵ ਜੀ ਦੇ ਘਰ ਦੇ। ਕਲਗੀਧਰ ਪਾਤਸ਼ਾਹ ਨੇ ਆਪਾਂ ਨੂੰ 5 ਕਾਰਾਂ ਦੀ ਰਹਿਤ ਦਰਸਾਈ। 5 ਕਾਰਾਂ ਵਿੱਚੋਂ ਸਤ ਸੰਗਤ ਜੀ ਜੁਰਮ ਦਾ ਨਾਸ਼ ਕਰਨ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ ਸ੍ਰੀ ਸਾਹਿਬ ਗਾਤਰੇ ਪਹਿਨਾਈ ਹੈ। ਇਹ ਸ੍ਰੀ ਸਾਹਿਬ ਦੀ ਸਤ ਸੰਗਤ ਜੀ ਕਦੋਂ ਉਤਪਤੀ ਹੋਈ? ਹਰ ਇੱਕ ਵਸਤੂ ਦੀ ਉਤਪਤੀ ਹੋਇਆ ਕਰਦੀ ਹੈ। ਕੀ ਇਹ ਸਤ ਸੰਗਤ ਜੀ ਇਹ ਚੰਡੀ ਦਾ ਸ਼ਸਤਰ ਹੈ? ਕਿਰਪਾਨ ਚੰਡੀ ਪਹਿਨਦੀ ਹੈ। ਸ਼ਿਵਜੀ ਕਿਰਪਾਨ ਨਹੀਂ ਪਹਿਨਦਾ, ਉਹ ਤਰਸੂਲ ਸ਼ਸਤਰ ਹੈ ਉਸਦਾ। ਇਸੇ ਤਰ੍ਹਾਂ ਸਤ ਸੰਗਤ ਜੀ ਸੁਦਰਸ਼ਨ ਚੱਕਰ ਵਿਸ਼ਨੂੰ ਭਗਵਾਨ ਦਾ ਸ਼ਸਤਰ ਹੈ। ਵਰਸ਼ੀ ਹਨੂਮਾਨ ਦੀ ਹੈ। ਇਸੇ ਤਰ੍ਹਾਂ ਧਨਖ ਜਿਵੇਂ ਅਰਜਨ ਸਤ ਸੰਗਤ ਜੀ ਧਰਖ ਵਿਦਿਆ ਜਾਣਦਾ ਸੀ, ਉਹਦੇ ਚ ਨਿਪੁੰਨ ਸੀ, ਉਹ ਵਰਸ਼ੀਆਂ ਨਹੀਂ ਸੀ ਰੱਖਦਾ। ਜਿਹੜੀ ਵਿਦਿਆ ਸ਼ਸਤਰ ਵਿਦਿਆ 'ਚ ਕੋਈ ਨਿਪੁੰਨ ਹੁੰਦਾ ਹੈ ਉਹੀ ਸ਼ਸਤਰ ਰੱਖਿਆ ਕਰਦਾ ਹੈ। ਅੱਜ ਸਤ ਸੰਗਤ ਸ੍ਰੀ ਸਾਹਿਬ ਹੈ ਆਪਣੇ ਖਾਲਸੇ ਦੇ ਪਾਸ। ਕੀ ਕਲਯੁਗ ਦੇ ਸਮੇਂ 'ਚ ਹੀ ਪ੍ਰਗਟ ਹੋਈ। ਬੜਾ ਭਾਰੀ ਸਤ ਸੰਗਤ ਮੁਰਦੈਂਤ ਪ੍ਰਗਟ ਹੋਇਆ ਜਿਸ ਨੇ ਦੇਵਤਿਆਂ ਨੂੰ ਬਿਪਤਾ ਪਾ ਛੱਡੀ। ਉਸ ਵੇਲੇ ਸਤ ਸੰਗਤ ਜੀ ਇਹਨਾਂ ਨੇ ਜਾ ਕੇ ਬ੍ਰਹਮਾ ਨੂੰ ਬੇਨਤੀ ਕੀਤੀ, ਹੈ ਬ੍ਰਹਮਾ ਜੀ ਕਿਰਪਾ ਕਰੋ, ਅੱਜ ਮੁਰਦੈਂਤ ਬੜਾ ਭਾਰੀ ਬਲੀ ਹੈ, ਇਹਨੂੰ ਮਾਰਨ ਦਾ ਕੋਈ ਉਪਾਅ ਹੈ? ਬ੍ਰਹਮਾ ਕਹਿਣ ਲੱਗਾ ਹਮਨ ਕਰੋ ਹਮਨ, ਨਾਲੇ ਜਾਪ ਜਪੋ, ਫੇਰ ਵਾਹਿਗੁਰੂ ਤੁਹਾਡੀ ਰੱਖਿਆ ਕਰੇਗਾ। ਉਸ ਵੇਲੇ ਸਤ ਸੰਗਤ ਜੀ ਬ੍ਰਹਮਾ ਨੇ ਪ੍ਰੇਰ ਕੇ ਦੇਵਤਿਆਂ ਤੋਂ ਜਿਸ ਵੇਲੇ ਹਮਨ ਕਰਾਇਆ ਨਾ, ਹਮਨ ਕੁੰਡ ਦੇ ਵਿੱਚੋਂ ਤਲਵਾਰ ਲਿਸ਼ਕਦੀ ਸਤ ਸੰਗਤ ਜੀ ਤਾਹਾਂ ਨੂੰ ਸਿੱਧੀ ਨਿਕਲੀ ਜਿੱਥੋਂ ਸ੍ਰੀ ਸਾਹਿਬ ਦੀ ਉਤਪਤੀ ਹੋਈ ਹੈ। ਕੱਲ ਨੂੰ ਕੋਈ ਪੁੱਛੇ ਕਿ ਸ੍ਰੀ ਸਾਹਿਬ ਪਹਿਲਾਂ ਸੰਸਾਰ 'ਚ ਪ੍ਰਗਟ ਕਿੱਥੋਂ ਹੋਈ? ਇਹ ਵਾਹਿਗੁਰੂ ਦੀ ਆਦਿ ਸ਼ਕਤੀ ਹੈ ਸ੍ਰੀ ਸਾਹਿਬ। ਅਸਕਰਪਾਨ ਖੰਡੋ ਖੜਗ ਤੁਕ ਤਵਰਿਆ ਤੀਰ, ਸਾਹਿਬ ਸਰੋਹੀ ਸਹਿਤੀ ਜਹੀ ਹਮਾਰੇ ਪੀਰ। ਮਹਾਰਾਜ ਸਾਹਿਬ ਜੀ ਨੇ ਸਤ ਸੰਗਤ ਜੀ ਇਸ ਨੂੰ ਪੀਰ ਗੁਰੂ ਦਰਸਾਇਆ ਹੈ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਅੰ ਨਮਸਕਾਰ ਤੇਅੰ। ਜਿੰਨੇ ਸ਼ਸਤਰ ਹੁੰਦੇ ਜਿਹੜੇ ਹੱਥ 'ਚ ਪਕੜ ਕੇ ਚਲਾਈਏ, ਅਸਤਰ ਉਹ ਹੁੰਦੇ ਜਿਹੜੇ ਛੱਡ ਕੇ ਤਨਖਬਾਨ ਆਦਿਕ ਹੋਏ। ਜਿੰਨੇ ਸ਼ਸਤਰ ਅਸਤਰ ਹਨ ਸਾਡੀ ਸਾਰਿਆਂ ਨੂੰ ਨਮਸਕਾਰ ਹੈ। ਸਾਰੇ ਸਾਡੇ ਗੁਰੂ ਨੇ। ਇਹ ਸਿੱਧਕੀ ਸਿੰਘ ਸਤ ਸੰਗਤ ਜੀ ਸ਼ਸਤਰ ਪੂਜਾ ਕਰਦੇ। ਅੱਜ ਸਾਡੇ ਘਰ ਵਿੱਚ ਸ਼ਸਤਰ ਪੂਜਾ ਗੁੰਮ ਹੋ ਗਈ। ਅਸੀਂ ਕਹਿੰਦੇ ਤੇ ਹਿੰਦੂ ਕਰਿਆ ਕਰਦੇ ਨੇ। ਜਿੱਥੇ ਗੁਰਬਾਣੀ ਦਾ ਪੂਜਨ ਹੈ ਉੱਥੇ ਸ਼ਸਤਰਾਂ ਦਾ ਵੀ ਪੂਜਨ ਹੈ। ਅੱਜ ਅਸੀਂ ਗੁਰੂ ਮਹਾਰਾਜ ਦੀ ਤਾਬਿਆ ਰੱਖਣ ਜੋਗੇ ਸ਼ਸਤਰਾਂ ਨੂੰ ਰਹਿ ਗਏ। ਨਿਕਲ ਕਰਨ ਦਰਿਦਰੀਆਂ ਨਿਕਲ ਕਰ ਦਿੱਤਾ, ਮਾਂਜਣੇ ਨਾ ਪੈ ਜਾਣ ਕਿਤੇ। ਇਸੇ ਤਰ੍ਹਾਂ ਸਤ ਸੰਗਤ ਜੀ ਸਾਰਿਆਂ ਸ਼ਸਤਰਾਂ ਨਾਲੋਂ ਸ਼੍ਰੋਮਣੀ ਸ੍ਰੀ ਸਾਹਿਬ ਸ਼ਸਤਰ ਹੈ। ਮਹਾਂਕਾਲ ਦੀ ਰਸਨਾ ਮੰਨੀ ਹੈ। ਭੋਗ ਹਮੇਸ਼ਾ ਜੀਭ ਨਾਲ ਲੱਗਿਆ ਕਰਦਾ ਹੈ। ਕਿਸੇ ਪ੍ਰੇਮੀ ਨੂੰ ਆਪਾਂ ਭੋਜਨ ਛਕਾਉਣਾ ਹੋਵੇ ਉਹਦੇ ਮੂਹਰੇ ਕਰ ਦਈਏ, ਉਹ ਕਹੂ ਹਾਂ ਹਾਂ ਹੋ ਗਿਆ ਪ੍ਰਵਾਨ। ਕਹਿੰਦੇ ਵੀ ਨਹੀਂ, ਮੇਰੀ ਤਸੱਲੀ ਨਹੀਂ ਹੋਈ, ਭਾਵੇਂ ਤੂੰ ਕਣਕਾ ਜੀਭ ਤੇ ਰੱਖ ਲੈ, ਫੇਰ ਮੈਨੂੰ ਆਨੰਦ ਆ ਜੂ ਵੀ ਹਾਂ ਤੂੰ ਛਕ ਲਿਆ। ਤੂੰ ਇਹਦਾ ਥੋੜਾ ਜਿਹਾ ਟੇਸਟ ਸਵਾਦ ਤਾਂ ਦੇਖ ਲੈ, ਬਸ ਮੇਰਾ ਫਿਰ ਮਨ ਹੌਲਾ ਹੌਲਾ ਹੁੰਦਾ। ਇਸੇ ਤਰ੍ਹਾਂ ਸਤ ਸੰਗਤ ਜੀ ਭੋਗ ਜੀਭ ਨਾਲ ਲੱਗਿਆ ਕਰਦਾ ਹੈ। ਤਦੇ ਉਸੇ ਵੇਲੇ ਕਦੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਉਸੇ ਵੇਲੇ ਪਾਠੀ ਸਿੰਘ ਸਤ ਸੰਗਤ ਜੀ ਦੇ ਗਿਆ
ਕਿਰਪਾਨ ਭੇਟ ਕਰ ਦਿੰਦਾ ਹੈ। हे ਮਹਾਰਾਜ, ਆਪ ਜੀ ਦੀ ਰਸਨਾ ਲਾਇਕ ਹੋਵੇ। ਇਹ ਰਸਨਾ ਹੈ ਅਕਾਲ ਪੁਰਖ ਅੰਤਰਜਾਮੀ ਦੀ। ਸੋ ਖਾਲਸਾ ਜੀ, ਐਵੇਂ ਕਤੁੱਤਾਂ ਕਰੀ ਜਾਣੀਆਂ, ਭੋਗ ਨਾ ਕਹੋ ਜੀ ਮਾੜਾ ਅੱਖਰ ਹੈ। ਪ੍ਰਵਾਨ ਹੈ, ਪ੍ਰਵਾਨ ਹੁੰਦੇ ਨੇ ਵਸਤਰ, ਪ੍ਰਵਾਨ ਹੁੰਦੇ ਨੇ ਸ਼ਸਤਰ। ਬੜੇ ਗੁਰੂ ਘਰ ਦੇ ਸਤ ਸੰਗੀ ਪਦਾਰਥ ਆਉਂਦੇ, ਭੇਟਾਂ ਹੁੰਦੀਆਂ। ਦੇਗ ਨਹੀਂ ਪ੍ਰਵਾਨਿਤ, ਦੇਗ ਨੂੰ ਭੋਗ ਲੱਗਿਆ ਕਰਦਾ ਹੈ। ਹੋਰ ਜਿੰਨੀਆਂ ਵਸਤੂਆਂ ਨੇ ਮੂਹਰੇ ਆਉਣਗੀਆਂ, ਉਹ ਸਤ ਸੰਗਤ ਜੀ ਮਹਾਰਾਜ ਮੈਂ ਦੋ ਸੌਂਦ ਦੀ ਧਰਮ ਦੀ ਕਿਰਤੀ ਮਾਇਆ ਲਾਇਆ ਮਹਾਰਾਜ ਦੀ ਪ੍ਰਵਾਨ ਕਰਿਓ। ਹੋਰ ਵਸਤਰ ਨੇ ਗੁਰੂ ਘਰ ਵਿੱਚ ਵਸਤੂਆਂ ਆਉਂਦੀਆਂ, ਮਹਾਰਾਜ ਕਿਰਪਾ ਕਰਨੀ ਮਹਾਰਾਜ ਇਹਨਾਂ ਨੂੰ ਮਨਜ਼ੂਰ ਕਰ ਲੋ, ਪ੍ਰਵਾਨ ਕਰ ਲੋ। ਇਹ ਹੈ ਸਤ ਸੰਗਤ ਜੀ ਰਹੁ ਰੀਤੀ ਪੁਰਾਣੀ ਚੱਲੀ ਆ ਰਹੀ। ਸੋ ਰਹੁ ਵਿਚਾਰ ਜਿਸ ਵੇਲੇ ਸਤ ਸੰਗੀ ਹਮਨ ਹੋਇਆ, ਆਕਾਸ਼ਬਾਣੀ ਹੋਈ ਨਾਲ ਹੀ ਕਿ हे ਬ੍ਰਹਮਾ, ਪਕੜੇ ਇਸ ਸ੍ਰੀ ਸਾਹਿਬ ਨੂੰ, ਇਹ ਪ੍ਰਤੱਖ ਸਾਡੀ ਸ਼ਕਤੀ ਹੈ। ਜਾਓ ਇਸ ਨੂੰ ਲੈ ਕਰਕੇ ਮੁਰਦੈਤ ਨੂੰ ਮਾਰੋ। ਉਹਨੇ ਬਾਹਮਣ ਨੇ ਵਿਚਾਰੇ ਨੇ ਕੀ ਮਾਰਨੀ ਸੀ? ਬਾਹਮਣ ਨੇ ਉਸ ਵੇਲੇ ਸਤ ਸੰਗਤ ਜੀ ਕੀ ਕੀਤਾ? ਵਿਸ਼ਨੂੰ ਦੇ ਹੱਥ, ਵਿਸ਼ਨੂੰ ਛਤਰੀ ਹੈ, ਬ੍ਰਹਮਾ ਬ੍ਰਾਹਮਣ ਹੈ। ਉਸ ਵੇਲੇ ਵਿਸ਼ਨੂੰ ਦੇ ਹੱਥ ਵਿੱਚ ਸਤ ਸੰਗੀ ਤਲਵਾਰ ਦਿੱਤੀ, ਨਾਲ ਹੀ 32 ਨਾਮਾਂ ਵਾਲਾ ਸਤ ਸੰਗੀ ਕਵਚ ਉਚਾਰਨ ਕੀਤਾ ਮੰਤਰ। ਉਹ ਮੰਤਰ ਉਚਾਰ ਕਰਕੇ ਸਤ ਸੰਗਤ ਜੀ ਕਿਹਾ ਕਿ ਆਹ ਮੰਤਰ ਪੜ੍ਹਨਾ, ਆਹ ਸ੍ਰੀ ਸਾਹਿਬ ਲੈ ਜਾ, ਜਾਂ ਮੁਰਦੈਤ ਹੁਣ ਮਰੂਗਾ, ਕਰਦੇ ਦੇਵਤਿਆਂ ਦੀ ਰੱਖਿਆ। ਉਸ ਤੋਂ ਬਾਅਦ ਸਤ ਸੰਗਤ ਜੀ ਉਹ ਜਿਹੜੀ ਸ੍ਰੀ ਸਾਹਿਬ ਸੀ ਉਸ ਤਰ੍ਹਾਂ ਬਰਕਰਾਰ ਰਹੀ। ਬ੍ਰਹਮਾ ਦਾ ਮਾਨਸਿਕ ਪੁੱਤਰ ਮਰੀਚ ਹੋਇਆ, ਉਹਦੇ ਹੱਥ ਆਈ, ਫਿਰ ਮਨੂ ਦੇ ਹੱਥ ਆਈ। ਯੁਗਾਂ ਯੁਗਾਂ ਦੇ ਅੰਦਰ ਸਤ ਸੰਗਤ ਜੀ ਬੜੇ ਬੜੇ ਧਰਮਾਤਮਾ ਰਾਜੇ, ਬੜੇ ਬੜੇ ਸੂਰਮੇ ਇਸ ਸ੍ਰੀ ਸਾਹਿਬ ਨੂੰ ਪੂਜਦੇ ਚਲੇ ਆ ਰਹੇ। ਉਸ ਤੋਂ ਉਪਰੰਤ ਦੇਵੀ ਦੇ ਹੱਥ ਵਿੱਚ ਆਈ। ਜਦੋਂ ਸਤ ਸੰਗਤ ਜੀ ਸੁੰਬਨ ਸੁੰਬਣੀ ਦੈਂਤ ਮਾਰੇ, ਉਹੀ ਸਤ ਸੰਗਤ ਜੀ ਹਮਨ ਦੁਆਰਾ ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਆਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਤ ਸੰਗਤ ਜੀ ਉਹੀ ਗੁਰਸਿੱਖੋ ਖਾਲਸੇ ਨੂੰ ਬਖਸ਼ਾਂ ਕੀਤੀਆਂ। ਇਹ ਸ੍ਰੀ ਸਾਹਿਬ ਸਤ ਸੰਗਤ ਜੀ ਧਰੋਂ ਅਕਾਲ ਪੁਰਖ ਅੰਤਰਜਾਮੀ ਦੀ ਸ਼ਕਤੀ ਹੈ, ਉਹ ਸਤ ਸੰਗਤ ਜੀ ਚਲੀ ਆ ਰਹੀ ਹੈ। ਇਸੇ ਕਰਕੇ ਸਾਰਿਆਂ ਸ਼ਸਤਰਾਂ ਨਾਲੋਂ ਇਹ ਸ਼੍ਰੋਮਣੀ ਸ਼ਸਤਰ ਹੈ ਔਰ ਪੂਜਨੀਕ ਹੈ। ਇਹਨੂੰ ਝੂਠੇ ਹੱਥ ਨਹੀਂ ਲੱਗਣ ਦੇਣੇ। ਧਾਗੇ ਨਾਲੋਂ ਤਾਂ ਨਹੀਂ ਸਤ ਸੰਗਤ ਜੀ ਮਾੜੀ। ਬ੍ਰਾਹਮਣਾਂ ਨੂੰ ਪੁੱਛੋ, ਇੱਕ ਜਰੇਊ ਧਾਗਾ ਹੈ, ਜਦੋਂ ਉਹ ਆਪਦੀ ਕਿਰਿਆ ਕਰਨਾ ਜੰਗਲ ਪਾਣੀ ਦੀ ਜਾਂ ਪਿਸ਼ਾਬ ਦੀ ਜਿਹਦੇ ਕੰਨ ਤੇ ਟੰਗ ਲੈਂਦੇ ਨੇ, ਕਿਉਂ? ਕੰਨ ਪਵਿੱਤਰ ਥਾਂ ਮੰਨੀ ਹੈ। ਇਸੇ ਤਰ੍ਹਾਂ ਕਦੇ ਵੀ ਲਟਕਦੀ ਸ੍ਰੀ ਸਾਹਿਬ ਨਹੀਂ ਰੱਖਣੀ। ਜੰਗਲ ਪਾਣੀ ਹੋਣਾ ਹੋਵੇ, ਕੋਈ ਪਿਸ਼ਾਬ ਆਦਿਕ ਦੀ ਕਿਰਿਆ ਕਰਨੀ ਹੋਵੇ, ਝੂਠਾ ਮਿੱਠਾ ਹੱਥ ਨਹੀਂ ਲੱਗਣ ਦੇਣਾ। ਇਸ ਨੂੰ ਸਤ ਸੰਗਤ ਜੰਗਾਰ ਨਹੀਂ ਲੱਗਣ ਦੇਣਾ। ਨਰੋਰ ਸਤ ਸੰਗਤ ਜੀ ਵਾਹਿਗੁਰੂ ਦੀ ਸ਼ਕਤੀ ਸਮਝ ਕੇ ਇਸ ਨੂੰ, ਇਹਦਾ ਸਤਿਕਾਰ ਕਰਨਾ ਹੈ। ਜਿੰਨਾ ਗੁਰਬਾਣੀ ਦਾ ਸਤਿਕਾਰ ਕਰਦੇ ਹਾਂ, ਉਹਨਾਂ ਹੀ ਸਤ ਸੰਗਤ ਜੀ ਸ਼ਾਸਤਰਾਂ ਦਾ ਸਤਿਕਾਰ ਕਰਨਾ। ਸਾਨੂੰ ਮਹਾਰਾਜ ਨੇ ਸਿਦਕ ਦੀ ਸਿੱਖੀ ਵੀ ਦਿੱਤੀ ਹੈ, ਪ੍ਰੇਮ ਦੀ ਸਿੱਖੀ ਵੀ ਦਿੱਤੀ ਹੈ। ਆਪ ਨੇ ਕਿਹਾ ਜੋਈ ਸ਼ਾਸਤਰਹੀਨ ਨਰੂ ਭੇਡ ਜਾਨੋ, ਫੜेंगे ਮਲੇਸ਼ੰ ਤੇ ਲੈ ਸਿਧਾਨੋ। ਜਿਵੇਂ ਸਤ ਸੰਗਤ ਜੀ ਕੰਨੋਂ ਫੜ ਕੇ ਭੇਡ ਨੂੰ ਜਿੱਧਰ ਮਰਜੀ ਘੜੀਸ ਕੇ ਲੈ ਜਾਓ। ਜਿਹੜਾ ਸ਼ਸਤਰ ਤੋਂ ਹੀਣਾ ਸਾਡਾ ਖਾਲਸਾ ਹੈ, ਉਹ ਨਰੂ ਨਰ ਨਹੀਂ ਹੈ, ਉਹ ਭੇਡ ਹੈ। ਮਲੇਸ਼ ਪਕੜ ਲੈਂਦੇ ਨੇ, ਕੰਨੋਂ ਘੜੀਸੀ ਜਾਂਦੇ ਨੇ। ਸਤ ਸੰਗਤ ਜੀ ਭੇਡਾਂ ਵਰਗੀ ਹਾਲਤ ਹੋਈ ਨਹੀਂ ਕਿ 18,000 ਲੜਕੀਆਂ, ਕਿਤੇ 30,000 ਲੜਕੀਆਂ ਤੁਰਕ ਸਤ ਸੰਗਤ ਜੀ ਕੰਨਾਂ ਤੋਂ ਫੜ ਕੇ ਤੋਰ ਲੈਂਦੇ ਸੀ ਆਪਣੇ ਦੇਸ਼ ਨੂੰ। ਜੇ ਸ੍ਰੀ ਸਾਹਿਬ ਨੂੰ ਖੜਕਾਉਣ ਵਾਲੇ ਬਾਬਾ ਦੀਪ ਸਿੰਘ ਜੈਸੇ ਮਹਾਂਪੁਰਖ, ਹੋਰ ਜਤ ਸਤ ਰੱਖਣ ਵਾਲੇ ਯੋਧੇ ਨਾ ਹੁੰਦੇ ਤਾਂ ਉਹਨਾਂ ਨੂੰ ਕੌਣ ਛਡਾਉਂਦਾ ਖਾਲਸਾ ਜੀ। ਉਹਨਾਂ ਨੇ ਲੜਕੀਆਂ ਹਿੰਦੂਆਂ ਦੀਆਂ ਕਰਕੇ ਨਹੀਂ ਛਡਾਈਆਂ, ਉਹਨਾਂ ਨੇ ਸਤ ਸੰਗਤ ਜੀ ਦੇਸ਼ ਦੀ ਇੱਜ਼ਤ ਕਰਕੇ ਛਡਾਈਆਂ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਇਹ ਗੁਣ ਸੀ ਖਾਲਸੇ ਦੇ ਅੰਦਰ ਖਾਲਸਾ ਜੀ। ਅੱਜ ਉਹ ਗੁਣ ਸਾਡੇ 'ਚ ਕਿੱਥੇ ਰਹਿ ਗਏ? ਵਾਹਿਗੁਰੂ ਬਖਸ਼ ਲਵੇ। ਸੋ ਜੋ ਸੂਰਮਤਾਈ ਦਾ ਗੁਣ, ਇਹ ਵੀ ਸਤ ਸੰਗਤ ਜੀ ਮੋਕਸ਼ ਦਾ ਦਰਵਾਜ਼ਾ ਖੜਕਾ ਦਿੰਦਾ ਹੈ। ਮੁਕਤੀ ਦੇ ਦਰਵਾਜ਼ਿਆਂ ਦੇ ਅੰਦਰ ਸਤ ਸੰਗਤ ਜੀ ਪ੍ਰਵੇਸ਼ ਕਰ ਦਿੰਦਾ ਹੈ। ਭਗਤੀ ਤਾਂ ਜਦੋਂ ਹੋਣੀ ਆ ਉਦੋਂ ਹੀ ਹੋਣੀ ਹੈ। ਸੋ ਇਸ ਪ੍ਰਕਾਰ ਸਤ ਸੰਗਤ ਜੀ ਸਭ ਤੋਂ ਪਵਿੱਤਰ ਸ਼ਸਤਰ ਸ੍ਰੀ ਸਾਹਿਬ ਹੈ। ਸੋ ਦੋ ਸ੍ਰੀ ਸਾਹਿਬਾਂ ਨੂੰ ਜੋੜਦੀ ਹੈ, ਦੋਨਾਂ ਦੀਆਂ ਪਿੱਠਾਂ ਨੂੰ ਤਾਂ ਖੰਡੇ ਦਾ ਰੂਪ ਧਾਰ ਜਾਂਦੀਆਂ। ਪ੍ਰਥਮੇ ਖੰਡਾ ਸਾਜਕ ਹੈ, ਜਨ ਸਭ ਸਹਿਸਾਰੋ ਪਾਇਆ, ਉੱਥੇ ਖੰਡਾ ਨਾ ਮਾਇਆ ਦਾ ਵੀ ਹੈ।
ਸੋ ਖਾਲਸਾ ਜੀ ਮਾਇਆ ਦੁਆਰਾ ਸਾਰੀ ਉਤਪਤੀ ਕਰ ਦੇਣੀ, ਇੱਕ ਇੱਕ ਸ਼ਬਦ ਦੇ ਕਿਤਨੇ ਕਿਤੇ ਅਰਥ ਹੋਇਆ ਕਰਦੇ ਹਨ। ਸੋ ਰਹੋ ਵਿਚਾਰ ਇਧਰ ਸਤ ਸੰਗਤ ਜੀ, ਇਹਨੇ ਵੀ ਮੰਤਰ ਕਵਚ ਪੜ੍ਹ ਕੇ ਉਸੇ ਵੇਲੇ ਸਤ ਸੰਗਤ ਜੀ ਇਹ ਜਿਹੜੀ ਸ਼ਕਤੀ ਸੀ ਨਾ ਛੱਡ ਦਿੱਤੀ ਰਾਜੇ ਕਾਮਰੂ ਦੇਸ਼ ਵਾਲੇ ਨੇ। ਜਦੋਂ ਇਹ ਛੱਡੀ, ਦਰਿਆ ਪਾਰ ਕਰਕੇ ਆ ਰਹੀ ਹੈ ਸ਼ਕਤੀ, ਇਧਰ ਸਤ ਸੰਗਤ ਜੀ ਜਿਹੜਾ ਮਾਨ ਸਿੰਘ ਸੀ ਉਹ ਚੰਡੀ ਦੀ ਵਾਰ ਦਾ ਪਾਠ ਕਰ ਰਿਹਾ ਹੈ, ਚੰਡੀ ਨੂੰ ਜਪ ਰਿਹਾ ਹੈ। ਨਾਲ ਹੀ ਸਤ ਸੰਗਤ ਜੀ ਨਾਲ ਦੇ ਜਿੰਨੇ ਹੋਰ ਸੂਰਮੇ ਸੀ ਉਹ ਵੀ ਪੜ ਰਹੇ ਨੇ। ਕਰ ਨਾ ਸਕੀ ਬਲ ਪਿਕ ਸਿਥਲਾਈ, ਉਹ ਜਿਹੜੀ ਸ਼ਕਤੀ ਆ ਰਹੀ ਸੀ ਉਹ ਬਲ ਨਾ ਪਾ ਸਕੀ, ਕਿਉਂ ਪਹਿਲਾਂ ਹੀ ਚੰਡੀ ਦਾ ਪਾਠ ਹੋ ਰਿਹਾ ਹੈ, ਹਮਨ ਕਰ ਰਿਹਾ ਹੈ। ਇੱਧਰ ਵੀ ਸਤ ਸੰਗਤ ਜੀ ਮਾਨ ਸਿੰਘ ਰਾਜਾ ਉਹ ਢਿੱਲੀ ਜੀ ਪੈਗੀ, ਪਿੱਛੇ ਹੀ ਹਟ ਗਈ। ਦੇ ਕਰ ਹਾਥ ਕਾਲ ਕਾ ਰਾਖਿਓ, ਕਿਉਂ ਸਤ ਸੰਗਤ ਜੀ ਕਾਲਕਾ ਨੇ ਹੱਥ ਦੇ ਕਰਕੇ ਬਚਾ ਲਿਆ ਮਾਨ ਸਿੰਘ ਨੂੰ। ਉਤੋਂ ਧਿਆਨ ਦੇਵੀ ਅਬਲਾਖਿਓ, ਕਿਉਂ ਸਤ ਸੰਗਤ ਜੀ ਉਸ ਵੇਲੇ ਚੰਡੀ ਦਾ ਵੱਲ ਧਿਆਨ ਸੀ ਇਸ ਦਾ, ਜਿਹਦਾ ਧਿਆਨ ਧਾਰੀਏ ਭਾਈ ਉਹੀ ਰੱਖਿਆ ਕਰੇਗਾ। ਜੇ ਆਪਾਂ ਗੁਰੂ ਸਾਹਿਬ ਦਾ ਧਿਆਨ ਧਾਰਾਂਗੇ ਸੰਕਟ ਚ ਮਹਾਰਾਜ ਰੱਖਿਆ ਕਰਨਗੇ। ਜਿਹਦੇ ਸਤ ਸੰਗਤ ਜੀ ਸ਼ਕਤੀ ਹੋਵੇਗੀ ਉਹੀ ਸਤ ਸੰਗਤ ਜੀ ਰੱਖਿਆ ਕਰੇਗਾ। ਸੰਮਨ ਜੋਸ ਪ੍ਰੇਮ ਕੀ ਦਮ ਕੇ ਹੋਤੀ ਸਾਠ ਆਦਿਕ ਚਬੋਲਿਆਂ ਦੇ ਅੰਦਰ ਜਿੱਥੇ ਬਾਣੀ ਆਰੰਭ ਹੁੰਦੀ ਹੈ ਉੱਥੇ ਸਤ ਸੰਗਤ ਜੀ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ, ਪਤੰਗ ਤੇ ਜਮਾਲ। ਇਹ ਸਤ ਸੰਗਤ ਜੀ ਪਤੰਗ ਸ਼ਾਹੂਕਾਰ ਸੀ ਲਾਹੌਰ ਦਾ। ਇਸ ਨੇ ਕੀ ਕੀਤਾ, ਸ਼ਾਹੂਕਾਰਾ ਕਰਿਆ ਕਰਦਾ, ਲੋਕਾਂ ਦੀਆਂ ਅਮਾਨਤਾਂ ਕੋਲੇ ਰੱਖਿਆ ਕਰਦਾ। ਜਮਾਲ ਸਤ ਸੰਗਤ ਜੀ ਪਠਾਨ ਸੀ, ਆਇਆ ਕਾਬਲ ਵੱਲੀਓਂ, ਸੋਚਦਾ ਮੈਂ ਦਿੱਲੀ ਨੂੰ ਜਾਣਾ, ਮੇਰੇ ਕੋਲੇ ਧਨ ਹੈ, ਕਿੱਥੇ ਚੱਕੀ ਜਾਊਂ, ਕਿਹੜਾ ਨੋਟ ਸੀ ਜੇਬ ਚ ਪਾ ਲਿਆ, ਅੱਗੇ ਚਾਂਦੀ ਦੇ ਰੁਪਈਏ ਚੱਕਣੇ ਔਖੇ ਹੋ ਜਾਂਦੇ ਸੀ। ਲਾਹੌਰ ਦੇ ਸਤ ਸੰਗਤ ਜੀ ਆ ਕੇ ਵਿੱਚ ਪੁੱਛਣ ਲੱਗਾ ਕੋਈ ਐਸਾ ਸ਼ਾਹੂਕਾਰ ਹੈ ਜਿਹੜਾ ਅਮਾਨਤ ਵਿੱਚ ਖਿਆਨਤ ਨਾ ਕਰੇ, ਕੋਈ ਬੇਈਮਾਨੀ ਨਾ ਕਰੇ, ਮੈਂ ਅਮਾਨਤ ਰੱਖਣੀ ਚਾਹੁੰਦਾ। ਸਾਰਿਆਂ ਨੇ ਸਤ ਸੰਗਤ ਜੀ ਤਸੱਲੀ ਦਿੱਤੀ ਕਿ ਜੇ ਪਠਾਨ ਤੂੰ ਆਪਣੀ ਇਮਾਨਤ ਰੱਖਣਾ ਚਾਹੁੰਦਾ, ਅੱਜ ਲਾਹੌਰ ਦੇ ਅੰਦਰ ਪਤੰਗ ਵਰਗਾ ਕੋਈ ਨਹੀਂ।